ਜਦੋਂ ਵੀ ਬਲੈਂਕ ਸ਼ੁਰੂ ਕਰਨੀਆਂ ਨੇ ਸਭ ਤੋਂ ਪਹਿਲਾਂ ਬਲੈਂਕ ਤੋਂ ਪਹਿਲਾਂ ਦੇਖਣਾ ਹੈ। ਦੇਖੋ ਹੁਣ ਇੱਥੇ ਬਲੈਂਕ ਤੋਂ ਪਹਿਲਾਂ ਕੀ ਲਿਖਿਆ the ਇੱਥੇ ਕੀ ਲਿਖਿਆ ਇੱਥੇ ਕੀ ਲਿਖਿਆ the ਤੋਂ ਬਾਅਦ ਕੀ ਆਣਾ ਜਾਂ adjective है ना it's either a noun or adjective पर ਹੁਣ ਤੁਸੀਂ ਦੱਸੋ ਇੱਥੇ ਕੀ ਹੋਊਗਾ ਹੁਣ ਇੱਥੇ adjective ਆਣਾ ਕਿ noun ਆਣਾ be very specific noun ਆਣਾ ਕਿਉਂ ਨਾ ਇੱਥੇ ਕੀ ਲੱਗਿਆ preposition ਤੋਂ ਪਹਿਲਾਂ noun ਆਊਗਾ preposition ਤੋਂ ਪਹਿਲਾਂ noun ਆਊਗਾ ਉਸ ਤੋਂ ਬਾਅਦ ਜੇ ਇੱਥੇ adjective ਆਣਾ ਚਾਹੀਦਾ ਸੀਗਾ ਫਿਰ ਅੱਗੇ noun ਨਹੀਂ ਚਾਹੀਦਾ ਸੀ but noun ਤਾਂ ਹੈ ਹੀ ਨਹੀਂ ਇੱਥੇ ਕੀ ਹੈ preposition ਰਾਈਟ ਜੇ ਇੱਥੇ ਆਪਾਂ adjective ਲਿਖਣਾ ਸੀਗਾ ਤਾਂ ਆਪਾਂ ਕੀ ਕਿਹਾ ਹੁਣ adjective ਦੇ ਨਾਲ ਕੀ ਆਂਦਾ ਹੈ noun but ਇੱਥੇ ਤਾਂ noun ਲਿਖਿਆ ਹੀ ਨਹੀਂ ਇੱਥੇ ਤਾਂ ਉਹਨਾਂ ਨੇ ਕੀ ਲਗਾਤੀ preposition ਮਤਲਬ blank ਦੇ ਵਿੱਚ ਕੀ ਆਣਾ ਹੈ noun is it clear to you Yes. okay next it is an alloy dash mostly एक लिखा है हाँ preposition right let's just stop it at the moment उस तो बाद देखो क्या लिखा है has been ਹੁਣ has been तो बाद की है अपना grammar rule की है has been तो बाद क्या आंदा है verb ਦੀ ਕਿਹੜੀ form ਦੋ ਨਹੀਂ हाँ या तो क्या होगा verb ਦੀ third form या ing ਹੁਣ ਤੁਸੀਂ ਕਿਵੇਂ ਡਿਸਾਈਡ ਕਰੋਗੇ ਵੀ verb ਦੀ third form ਆਣੀ ਹੈ ਕਿ ing ਆਣੀ ਹੈ no ਜੇ ing form ਆਊਗੀ ਤਾਂ ਉਹ active sentence ਹੈ ਜੇ ਤੁਸੀਂ ਉੱਥੇ ing ਫਾਰਮ ਲਾਣੀ ਹੈ ਤੁਹਾਨੂੰ ਦੇਖਣਾ ਪਏਗਾ ਵੀ ਇਹ ਸੈਂਟੈਂਸ ਕੀ ਹੈ ਐਕਟਿਵ ਹੈ ਜੇ ਤੁਸੀਂ verb ਦੀ ਥਰਡ ਫਾਰਮ ਲਗਾਣੀ ਹੈ ਤਾਂ ਤੁਹਾਨੂੰ ਇਹ ਦੇਖਣਾ ਪਏਗਾ ਵੀ ਉਹ ਜਿਹੜਾ ਸੈਂਟੈਂਸ ਹੈ ਉਹ ਕੀ ਹੋਗਾ ਪੈਸਿਵ ਇਹ ਮੈਂ ਤੁਹਾਨੂੰ ਦੱਸ ਦਿਆਂ 2 ਮਿੰਟ ਰੁਕੋ ਇਹਨੂੰ ਡੀਪਲੀ ਪੜ੍ਹਦੇ ਹਾਂ ਠੀਕ ਹੈ led or antimony to dash it ਹੁਣ to ਤੋਂ ਬਾਅਦ ਦੱਸੋ ਕੀ ਆਂਦਾ verb ਦੀ first form or no to ਤੋਂ ਬਾਅਦ ਯਾਦ ਹੈ verb ਦੀ first form ਆਂਦੀ ਹੈ ਜੇ to as a preposition use ਹੋਇਆ ਤਾਂ noun ਆਊਗਾ ਜੇ to as an infinitive ਹੈ ਤਾਂ to ਦੇ ਨਾਲ verb ਦੀ first form ਜੇ to as a preposition ਹੈ ਤਾਂ to ਦੇ ਨਾਲ ਕੀ ਹੋਗਾ noun however ਇੱਥੇ noun ਨਹੀਂ ਆ ਸਕਦਾ ਪਤਾ ਕਿਉਂ ਕਿਉਂਕਿ ਇੱਥੇ ਕੀ ਲਿਖਿਆ ਹੈ it ਕੀ ਹੈ pronoun ਤਾਂ ਇੱਕ noun already use ਹੋ ਚੁੱਕੇ ਤਾਂ ਇੱਥੇ ਕੀ ਆਣਾ ਤੁਹਾਡੀ first form ਪਹਿਲੇ ਤਾਂ ਸਿੱਧਾ ਇਹਨਾਂ ਤੇ ਨਹੀਂ ਆ ਪਹਿਲੇ ਤੁਸੀਂ ਇਹ ਫਿਗਰ ਆਊਟ ਕਰਨਾ ਹੈ ਬਲੈਂਕਸ ਤੋਂ ਪਹਿਲਾਂ ਤੇ ਬਲੈਂਕਸ ਤੋਂ ਬਾਅਦ ਕੀ ਹੈ ਥੋੜੀ ਗ੍ਰਾਮਰ ਦਿਮਾਗ 'ਚ ਰੱਖ ਲਈ ਉਹਦੇ ਬੇਸ ਤੇ ਫਿਰ ਆਪਾਂ ਕੀ ਕਰਾਂਗੇ ਇੱਥੋਂ ਦੀ ਆਨਸਰਸ ਚੂਜ਼ ਕਰਾਂਗੇ ਸਿੱਧਾ ਵਰਡਸ ਤੇ ਕਦੇ ਵੀ ਨਾ ਆਇਆ ਕਰੋ ਹਮੇਸ਼ਾ ਉਲਝ ਜਾਓਗੇ ਸਪੈਸ਼ਲੀ ਕਿਹੜੇ ਬਲੈਂਕਸ ਦੀ ਗੱਲ ਕਰੀਏ ਮੈਂ ਡਰੈਗ ਐਂਡ ਡ੍ਰੌਪ ਸੋ ਜਦੋਂ ਵੀ ਡਰੈਗ ਐਂਡ ਡ੍ਰੌਪ ਵਾਲੇ ਬਲੈਂਕਸ ਆਉਂਦੇ ਨੇ ਵਰਡਸ ਵਾਲੇ ਨਾ ਦੇਖੋ ਪਹਿਲਾਂ ਆਪਣੀ ਗ੍ਰਾਮਰ ਨੌਲੇਜ ਐਕਟੀਵੇਟ ਕਰੋ ਇੱਥੇ ਗ੍ਰਾਮਰ ਨੌਲੇਜ ਨੂੰ ਐਕਟੀਵੇਟ ਕਰਨਾ ਬਹੁਤ ਜ਼ਰੂਰੀ ਹੈ ਕਿਉਂ ਪਤਾ ਲੱਗ ਗਿਆ ਦ ਲਿਖਿਆ ਤਾਂ ਇੱਥੇ ਕਹਿਣਾ ਹੈ ਨਾਊਨ ਐਨਾਲੋय ਹੈ ਚਾਂਸਸ ਕੀ ਨੇ ਨਾਊਨ ਜਾਂ ਐਡਜੈਕਟਿਵ ਹੈਜ਼ ਬੀਨ ਹੈ verb ਦੀ ing ਫਾਰਮ ਜਾਂ verb ਦੀ ਥਰਡ ਫਾਰਮ to ਨਾਊਨ ਆਲਰੇਡੀ ਲਿਖਿਆ ਹੋਇਆ ਹੈ ਤਾਂ to ਦੀ ਨਾਲ verb ਦੀ ਫਰਸਟ ਫਾਰਮ is this clear to you Yeah. Okay. Now let's start. Which has been used for the dash of household. For the dash of household. What do you think? For the Production.
Okay, it could be production. ਤੁਹਾਨੂੰ ਨਾ ਇਹ ਪਤਾ ਲੱਗਿਆ ਇੱਥੇ ਕਹਿਣਾ noun ਹੈ ਨਾ। ਤੁਹਾਨੂੰ ਮੈਂ ਹੁਣ ਦੱਸਾਂ ਨਾ ਜਿਹੜੇ word ਦੇ end ਤੇ ਕੀ ਹੁੰਦਾ ਹੈ? ਸ਼ਨ। ਹਾਂ ਸ਼ਨ, ਉਹ ਕੀ ਹੁੰਦਾ ਹੈ? noun। ਹੁਣ ਇੱਥੇ ਕਿਹੜੇ ਕਿਹੜੇ noun ਲੱਗਦੇ ਨੇ ਤੁਹਾਨੂੰ? ਹਾਂ ਇਹੀ ਦੋ ਨੇ ਨਾ, ਇਹੀ ਦੋ ਕੀ ਨੇ? noun ਨੇ। So for the so what do you think, it's production or distribution? ਤੂੰ ਦੇਖੋ ਹੋ ਤਾਂ ਡਿਸਟ੍ਰੀਬਿਊਸ਼ਨ ਵੀ ਸਕਦਾ ਹੈ, ਹੋ ਪ੍ਰੋਡਕਸ਼ਨ ਵੀ ਸਕਦਾ ਹੈ। ਹੁਣ ਲੌਜਿਕ ਲਾਣਾ ਪੈਣਾ ਹੈ। ਕਿਵੇਂ? ਲਾਈਨ ਕਿੱਥੋਂ ਸ਼ੁਰੂ ਹੋ ਰਹੀ ਹੈ? ਪਿਵੀਟਰ ਇਜ਼ ਐਨ ਉਹ ਮੈਟਲ ਹੈ ਜਿਹੜਾ which has been used, ਇਹ ਮੈਟਲ ਡਿਸਟ੍ਰੀਬਿਊਸ਼ਨ ਲਈ ਯੂਜ਼ ਹੋਊਗਾ। ਮੈਟਲ ਹੁਣ ਡਿਸਟ੍ਰੀਬਿਊਸ਼ਨ ਲਈ ਯੂਜ਼ ਹੋਗਾ, ਪ੍ਰੋਡਕਸ਼ਨ ਲਈ? ਪ੍ਰੋਡਕਸ਼ਨ। So very high chances ਇੱਥੇ ਕੀ ਹੋਗਾ? Production of household and other items, but household other items distribute ਵੀ ਤਾਂ ਹੋ ਸਕਦੀ ਹੈ ਨਾ, right? But ਇਹ ਜਿਹੜਾ ਹੁਣ blank ਤੋਂ ਪਹਿਲਾਂ ਦਾ logic ਕੀ ਲਾਣਾ ਪੈਣਾ ਸੀਗਾ ਵੀ metal ਹੈ। ਹੁਣ metal distribution ਲਈ ਤਾਂ ਨਹੀਂ use ਹੋਗਾ, distribution ਦੇ ਲਈ ਕੀ use ਹੁੰਦਾ ਹੈ? Vehicles, right? So pivoter is an attractive metal which has been used for the or distribution. ਜਦੋਂ ਆਪਾਂ ਆਪਣੀ ਗ੍ਰਾਮਰ ਨੌਲੇਜ ਲਈ ਆਪਣੀ ਕਨਫਿਊਜ਼ਨ ਘਟੀ ਨਾ, ਆਪਾਂ ਨੂੰ ਪਤਾ ਸੀ ਇੱਥੇ ਨਾਉਨ ਆਣਾ ਹੈ, ਤਾਂ ਨਾਉਨ ਆਣਾ ਉਹਦੇ ਲਈ ਆਪਾਂ ਕਿਹੜੇ ਕਿਹੜੇ ਚੱਕਿਆ? ਹੁਣ ਆਪਣੇ ਕੋਲ ਦੋ ਵਰਡਸ ਰਹਿ ਗਏ ਸੀਗੇ, ਦੋ ਵਰਡਸ ਰਹਿ ਗਏ। ਹੁਣ ਇੱਥੇ ਆਪਾਂ ਨੂੰ ਲੌਜਿਕ ਲਾਣਾ ਪਿਆ। ਲੌਜਿਕ ਕੀ ਲਾਣਾ ਪਿਆ ਵੀ ਇਹ ਜਿਹੜਾ ਮੈਟਲ ਹੈ ਇਹ ਡਿਸਟ੍ਰੀਬਿਊਸ਼ਨ ਲਈ ਯੂਜ਼ ਨਹੀਂ ਹੋਗਾ, ਇਹ ਕਿਹਦੇ ਲਈ ਯੂਜ਼ ਹੋਗਾ? ਪ੍ਰੋਡਕਸ਼ਨ। ਸੋ ਵਿਚ ਇਜ਼ ਵਾਈ very high chances it would be product. करिए again? Right. In Britain, since Roman times, it is an alloy. What do you think? This is already a no. Right? Alloy. So, alloy किदा बनया होया है? Tin. So ਕੀ ਹੋਗਾ ਇੱਥੇ? Off के नाग लगा है। Soften off। देखो एक लिखा है off। Off तो पहला लगा है। आयन नहीं कहना। Off तो पहला लगूगा। It's a collocation. It consists of two types of metals. कहते ना ਆਪਾਂ ਉਹਦੇ ਵਿੱਚ ਕੀ ਚੀਜ਼ਾਂ ਪਾਈਆਂ ਹੋਈਆਂ ਨੇ। So consists of, so that's a collocation, right? So it is an alloy consisting mostly of tin which has been dashed with small amounts of other. So what do you think? Mixed. It could be? So it was a passive form ਸੀਗੀ ਜਿਹਦੇ ਕਰਕੇ ਆਪਾਂ ਤੇ ਕੀ ਲਾਇਆ verb ਦੀ third। ਠੀਕ ਹੈ? Which has been mixed with some other metals such as copper, lead or antimony to dash it to harden देखो, हाँ देखो दो में आ सकते ना, हार्डन भी आ सकते थे। ਹੁਣ नेक्स्ट देखो क्या लिखे है? हार्डन क्यों? जे सॉफ्ट हो तो वेरी नाइस। जे सॉफ्ट होगा वो टूट जाएगा, जे हार्ड होएगा वो फिर भी की बनूगा? ड्यूरेबल। सो इतने फिर आप की लगा सकते हैं हार्ड। इज दैट क्लियर टू यू? सो आप इतने केड़े दो मेजर स्किल यूज किते हैं? फर्स्ट वन इज केड़े दो मेजर रीडिंग स्किल्स यूज किते हैं? फर्स्ट वन इज व्हाट? ग्रामर, collocation, लॉजिक। लॉजिक हमेशा कित्थों लगदे ने? सेंटेंस कित्थों शुरू हो रहा है, गल की चल रही है, मैटल है तो डिस्ट्रीब्यूशन ਲਈ यूज होगा कि प्रोडक्शन ਲਈ? प्रोडक्शन ਦੇ ਲਈ। ਇੱਥੇ ਆਪਾਂ ਹੁਣ ਲੌਜਿਕ ਕੀ ਲਾਇਆ ਸੀਗਾ? ਹਾਰਡ ਐਂਡ ਸੌਫਟ ਲੱਗਦਾ ਦੋਵੇਂ ਰਹੇ ਸੀਗੇ, ਬਟ ਇੱਥੇ ਲਿਖਿਆ ਸੀਗਾ ਡਿਊਰੇਬਲ। ਡਿਊਰੇਬਲ ਹੋਏਗਾ ਤਾਂ ਮਤਲਬ ਆਪਾਂ ਨੂੰ ਕੀ ਬਣਾਉਣਾ ਹੈ? ਹਾਰਡ। ਸੋ ਇਸ ਤਰੀਕੇ ਦੇ ਨਾਲ ਆਪਾਂ ਦਿਮਾਗ ਤੋਂ ਕੰਮ ਲੈਣਾ ਹੈ
ताकि यू नो रीडिंग सही हो जाए। ठीक है, सब तो पहला थोड़ा टारगेट पता क्या होना चाहिए? ऑप्शन घटाने हैं, ऑप्शंस घटा। जब तक ऑप्शंस नहीं घटाओगे उलझे रहोगे, जितना ज्यादा उलझे रहोगे थोड़े स्कोर नहीं आना। ठीक है, so there are certain grammar rules you got to know, to ਦੇ ਨਾਲ verb ਦੀ first form या noun, right? and ਹੋਰ ਕੀ ਦੱਸਿਆ? off, the preposition noun plus preposition the very high chances of the ਪਹਿਲਾ off ਤੋਂ ਬਾਅਦ major amount of time ਕੀ ਲੱਗਦਾ ਹੈ? noun लगता है, right? करिए आगे, चलो। Okay, let's start with the other one now. आगे लिखे हम R. So R तो बाद what is the grammar rule? serving of ing or verb the first form ਨਾਲ ing या R ਦੇ ਨਾਲ ਹੋਰ ਕੀ ਲੱਗਦਾ ਹੈ? third form भी हो सकती है या adjective भी हो सकता है। It could be quality also, है ना? So now if you see here, एक लिखे है N. So R तो बाद very high chances adjective, verb दी ing form ਤਾਂ लगूगी जे sentence active होएगा, जे sentence passive होएगा तो verb दी third form। Have begun to dash the gap, टू तो बाद first form first form, right? To dash the gap, but there is still a great deal, yeah, without a conscious understanding how can we begin to dash again? ਇੱਥੇ ਵੀ ਕੀ ਹੈ? One grammar rule, verb the first form, right? Let's start. Elements of both the psychoanalytic and behaviorist theories are dash in modern approaches. So, ये जड़ी theories ने are dash, are what? discover, category, discover, name it to say, Are in modern approaches to personality. देखो are ਦੇ ਨਾਲ ਹੁਣੇ ਤੁਸੀਂ ਦੱਸ ਕੇ ਹਟੇ ਹੋ ਜਾਂ ਤੇ verb ਦੀ ing form ਆਣੀ ਹੈ ਜਾਂ verb ਦੀ third form। ਦੱਸੋ ਫਿਰ ing form ਹੈਗੀ ਹੈ? ਨਹੀਂ। ਹੋਰ ਕੀ ਹੈ ਫਿਰ ਇੱਥੇ? third form ਕਿਹੜੀ ਹੈ? arranged and discovered. So what do you think? Discovered. Are you sure? Discovered. You need to decide. Discovered. Discovered? चलो ठीक है, discovered कह देने हैं। And तो देख लेंगे। Next. Advances in neurosciences have begun to dash the gap. ਹੁਣ gap ਨੂੰ ਉਹ ਕੀ ਕਰਨਗੇ? Bridge. हाँ, it could be bridge the gap. हाँ, bridge the gap. Next, without a consistent understanding of personality, how can we begin to dash risk? What do you do risk? No. Sorry, it's not just risk, it's risk Takers. पूरा है। It's risk takers. So how can we begin to dash risk? Pick. Being to compare. Compare? नहीं no. ਕਹਿੰਦੇ ਆਪਾਂ ਨੂੰ ਕਿਹਦੀ ਅੰਡਰਸਟੈਂਡਿੰਗ ਨਹੀਂਗੀ? ਜੇ ਆਪਾਂ ਨੂੰ ਪਰਸਨੈਲਿਟੀ ਦੀ ਅੰਡਰਸਟੈਂਡਿੰਗ ਨਹੀਂ ਹੈਗੀ ਫਿਰ ਆਪਾਂ ਰਿਸਕ ਟੇਕਰਸ ਨੂੰ ਕਿਵੇਂ ਕੀ ਕਰ ਸਕਦੇ ਹਾਂ? ਹਾਊ ਕੈਨ ਵੀ? Media is a noun. Reveal. It will be very high chances. Yeah, next. If we cannot, we will be unable to dash their genes with those of others. Compare. ਬਾਕੀਆਂ ਨਾਲ ਆਪਾਂ ਕੀ ਕਰਾਂਗੇ? Compare. So ਇੱਥੇ ਕੀ ਆ ਗਿਆ ਆਪਣਾ? Compare. So there are very high chances ਉੱਥੇ ਕਹਿਣਾ ਸੀਗਾ
categorize. Is it clear to you? Okay. So पहले तो आपका की लिखा सीगा? And second one? Bridge. Third one? Arranged. हाँ मैंने तो लगे रस्सी. So I was just highlighting that. So the first one was not arranged. It was arranged. It was not discovered in or arranged in modern approaches to personality. Yes. So is this clear to you? Yes. ਹੁਣ ਦੇਖੋ ਇਸ ਸਾਰੇ ਦੇ ਵਿੱਚ ਸਿਰਫ ਇੱਕ ਗ੍ਰਾਮਰ ਰੂਲ ਲੱਗਿਆ ਸੀਗਾ. That is major. ਤਿੰਨ ਦੇ ਨਾਲ 2 ਦੇ ਨਾਲ verb ਦੀ first one, 2 ਦੇ ਨਾਲ verb ਦੀ 2 ਦੇ ਨਾਲ. ਰਾਈਟ. ਹੁਣ ਸੈਕਿੰਡ ਆਪਾਂ ਲੌਜੀਕ ਲਗਾਇਆ ਸੀਗਾ. ਤੁਸੀਂ ਕਨਫਿਊਜ਼ ਹੋ ਰਹੇ ਸੀਗੇ ਨਾ, ਕੈਟੇਗਰਾਈਜ਼ ਆਓਗੇ ਕੰਪੇਅਰ ਆਏਗਾ. ਜਦੋਂ ਆਪਾਂ ਨੈਕਸਟ ਪੜਿਆ ਆਪਾਂ ਨੂੰ ਪਤਾ ਲੱਗਿਆ ਇਹਨੇ ਬਾਕੀਆਂ ਨਾਲ ਕੀ ਕੀਤਾ ਉਹਨਾਂ ਨੇ. ਬਾਕੀਆਂ ਨਾਲ ਕੈਟੇਗਰਾਈਜ਼ ਕਰਦੇ ਕਿ ਬਾਕੀਆਂ ਨਾਲ ਕੰਪੇਅਰ ਕਰਦੇ ਆ. ਬਾਕੀਆਂ ਨਾਲ ਆਪਾਂ ਕੰਪੇਅਰ ਕਰਦੇ ਆ. Is it clear to you? Yes. Let's move on. ਹੁਣ ਆਪਣੀ ਅੰਡਰਸਟੈਂਡਿੰਗ ਦੇ ਨਾਲ ਤੁਸੀਂ ਇੱਥੇ ਹਲੇ ਮੈਂ ਤੁਹਾਨੂੰ ਵੈਸੇ ਆਪਸ਼ਨਸ ਨਹੀਂ ਸ਼ੋ ਕਰੂੰਗੀ. ਆਪਣੀ ਅੰਡਰਸਟੈਂਡਿੰਗ ਦੇ ਨਾਲ ਜਿੰਨੀ ਵੀ ਤੁਹਾਨੂੰ ਨੌਲੇਜ ਹੈ ਬਲੈਂਕ ਤੋਂ ਪਹਿਲਾਂ ਤੇ ਬਲੈਂਕ ਤੋਂ ਬਾਅਦ ਵਾਲੇ ਚੱਕ ਕੇ ਦੇਖੋ ਤੁਹਾਨੂੰ ਕੀ ਲੱਗ ਰਿਹਾ ਇੱਥੇ ਕੀ ਹੋਊਗਾ. ਆਪਣੀ ਗ੍ਰਾਮਰ ਨੌਲੇਜ ਐਕਟੀਵੇਟ ਕਰੋ ਥੋੜੀ.